क्या करना है, करना क्या है। हाँ जी, क्या नाम है आपका? फादर साहब एक गवाही ब्रदर संजीव दी है, ये हुशियारपुर डिस्ट्रिक्ट के रहने वाले हैं। फादर साहब ये 3 साल तो महाअभिषेक चाह रहे हैं। फादर साहब 1 साल तो सेवकाई कर रहे हैं। इन्हों दी एक गवाही इन्हों दे ब्रदर दी है। फादर साहब 20 दिन पहला फादर साहब इन्हों दे ब्रदर दे पेट च बहुत ज़्यादा दर्द शुरू हो गया। फादर साहब और फादर साहब ये दर्द विच जदों इन्होंने अल्ट्रासाउंड करवाई इन्हों दे किडनी विच फादर साहब स्टोन आए। हाँ। और फादर साहब उस तो बाद इन्हों ने इंडोस्कोपी कराने लई क्या गया। हाँ। इंडोस्कोपी जो करवाई और इन्हों दे पेट च अल्सर हो गए। और मैं रिक्वेस्ट करांगी डॉक्टर साहब नो कि वो पूरी रिपोर्ट्स दे नाल दसणगे। संत जी इन्हों के जो ब्रदर है ये काफ़ी देर तो इन्हों प्रॉब्लम चल रही सी, बार बार ब्लीड कर रहे सी, इंटरनल ब्लीडिंग हो रही सी जिहड़ी कि असीं देख नहीं सकते। हाँ। अखां नाल नहीं देख सकते, लेकिन वो लैटरिंग के थ्रू इन्हों लगातार ब्लीडिंग हो रही सी। 2-3 बारी इन्हों का खून कम हो चुकिया सी और ये बार बार हॉस्पिटल जा रहे सी और आपके पास भी आ रहे सी, तुहानू भी दस रहे सी, लेकिन जो कुछ तुसी कह रहे सी इन्हों बोल रहे सी ਉਹਦੇ ਉੱਪਰ ਪ੍ਰੋਪਰ ਇਹਨਾਂ ਦਾ ਜਿਹੜਾ ਕੰਸਟ੍ਰੇਟ ਹੈ ਉਹ ਨਹੀਂ ਸੀ। ਔਰ ਜਦੋਂ ਵੀ ਇਹ ਮੈਨੂੰ ਰਿਪੋਰਟ ਦਿਖਾਉਂਦੇ ਸੀ ਕਹਿੰਦੇ ਸੀ ਜੀ ਇਹ ਹੋ ਗਿਆ ਉਹ ਹੋ ਗਿਆ, ਮੈਂ ਇਹਨਾਂ ਨੂੰ ਬੋਲਦਾ ਸੀ ਤੁਹਾਨੂੰ ਸੰਤ ਜੀ ਨੇ ਕੀ ਕਿਹਾ। ਤੁਸੀਂ ਸੰਤ ਜੀ ਨੂੰ ਪੁੱਛਿਆ, ਸੰਤ ਜੀ ਨੇ ਕੀ ਕਿਹਾ। ਇਹਨਾਂ ਨੇ 1-2 ਵਾਰ ਮੇਰੇ ਕੋਲ ਮੈਡੀਸਿਨ ਵੀ ਲਿਖਵਾਈ, ਮੈਂ ਲਿਖੀ ਨਹੀਂ। ਇਹਨਾਂ ਨੂੰ ਬਲੱਡ ਆ ਰਿਹਾ ਸੀਗਾ। ਹਾਂਜੀ, ਔਰ ਇੰਟਰਨਲ ਸਿਚੁਏਸ਼ਨ ਇਹਨਾਂ ਦੀ ਬਲੀਡਿੰਗ ਹੋ ਰਹੀ ਸਿਚੁਏਸ਼ਨ ਇਹਨਾਂ ਦੀ ਖਰਾਬ ਸੀਗੀ। ਅੱਛਾ, ਫਿਰ ਕੀ ਹੋਇਆ? ਫਿਰ ਜਦੋਂ ਹੁਣ ਇਹਨਾਂ ਨੂੰ ਸਡਨਲੀ ਫਿਰ ਇਹ ਪ੍ਰੋਬਲਮ ਹੋਈ ਤਾਂ ਇਹਨਾਂ ਨੇ ਡਾਕਟਰ ਕੋ ਗਏ। ਇਹਨਾਂ ਨੂੰ ਕਿਹਾ ਕਿ ਸੰਤ ਜੀ ਨਾਲ ਗੱਲ ਕਰੋ ਤੁਸੀਂ। ਹਾਂਜੀ ਪਾਸਟਰ ਜੀ, ਕੀ ਨਾਮ ਹੈ ਤੁਹਾਡਾ? ਦਿਖਾ ਲਓ। ਸੰਜੀ ਜੈਮਸੀ ਦੀ। ਜੈਮਸੀ ਕੀ? ਮੇਰਾ ਨਾਮ ਪਾਸਟਰ ਸੰਜੀਵ ਆ। ਹਾਂਜੀ। ਮੈਂ ਮਕੇਰੀਆਂ ਜ਼ਿਲ੍ਹਾ ਹੁਸ਼ਿਆਰਪੁਰ ਤੋਂ ਹਾਂ ਜੀ। ਹਾਂ 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 ਹਾਂ। ਮੇਰੇ ਬ੍ਰਦਰ ਨੂੰ 20 ਦਿਨ ਪਹਿਲੇ ਬਹੁਤ ਜ਼ਿਆਦਾ ਪ੍ਰੋਬਲਮ ਹੋ ਗਈ। ਹਾਂ। ਲਗਾਤਾਰ ਬਲੀਡਿੰਗ ਦੀ ਪ੍ਰੋਬਲਮ ਚੱਲ ਰਹੀ ਸੀਗੀ। ਇਹਦੇ ਨਾਲ ਇਹਦੇ ਕਿਡਨੀ ਸਟੋਨ ਸੀਗਾ ਸਾਂਝੀ। ਹਾਂ। ਤੇ ਉਹਦੇ ਨਾਲ ਲਗਾਤਾਰ ਪੇਨ ਹੋ ਰਹੀ ਸੀਗੀ ਤੇ ਮੈਂ ਮੈਡੀਸਨ ਡਾਕਟਰ ਕੋਲ ਜਾ ਰਿਹਾ ਸੀ, ਟ੍ਰੀਟਮੈਂਟ ਕਰਵਾ ਰਿਹਾ ਸੀ, ਲੇਕਿਨ ਫਰਕ ਨਹੀਂ ਸੀ ਪੈ ਰਿਹਾ, ਪੇਨ ਵੱਧਦੀ ਜਾ ਰਹੀ ਸੀਗੀ। ਹਾਂ, ਕੀ ਕਹਿੰਦੇ ਫਿਰ? ਡਾਕਟਰ ਸਾਹਿਬ ਕਹਿੰਦੇ ਕਿ ਆਪਾਂ ਇਹਨਾਂ ਦੀ ਇੰਡੋਸਕੋਪੀ ਔਰ ਕੋਲੋਨੋਸਕੋਪੀ ਕਰਾਂਗੇ, ਜਿਹਦੇ ਵਿੱਚ ਦੇਖਾਂਗੇ ਕਿ ਇਹਨਾਂ ਨੂੰ ਬਲੱਡ ਕਿਉਂ ਆ ਰਿਹਾ। ਫਿਰ ਅੱਗੇ ਜਲਦੀ ਦੱਸਣਾ ਤੁਸੀਂ। ਜਦੋਂ ਡਾਕਟਰ ਸਾਹਿਬ ਨੇ ਇੰਡੋਸਕੋਪੀ ਕੋਲੋਨੋਸਕੋਪੀ ਕੀਤੀ ਤੇ ਉਹਦੇ ਵਿੱਚ ਅਲਸਰ ਆਏ। ਅਲਸਰ ਆਉਣ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਇੱਕ ਇਹਦੀ ਬਾਬਾਸੀਰ ਦਾ ਆਪਰੇਟ ਹੋਏਗਾ ਔਰ ਇੱਕ ਕਿਡਨੀ ਦਾ ਜਿਹੜਾ ਸਟੋਨ ਆ ਉਹਦਾ ਆਪਰੇਟ ਹੋਏਗਾ। ਤੇ ਪ੍ਰੋਬਲਮ ਸੰਤ ਜੀ ਵੱਧ ਰਹੀ ਸੀ ਜ਼ਿਆਦਾ, ਬਲੱਡ ਇਹਦਾ ਬਾਰ-ਬਾਰ ਲੂਜ਼ ਹੋ ਰਿਹਾ ਸੀਗਾ। ਕਿੰਨਾ ਬਲੱਡ ਰਹਿ ਗਿਆ ਸੀ? ਬਲੱਡ ਸੰਤ ਜੀ ਇਹਦਾ ਰਹਿ ਗਿਆ ਸੀ 5 ਗ੍ਰਾਮ। ਹੋਰ ਕੀ ਸਿਚੁਏਸ਼ਨਾਂ ਖਰਾਬ ਚੱਲ ਰਹੀਆਂ ਸੀ? ਸੰਤ ਜੀ ਇਹਨੂੰ ਬਾਰ-ਬਾਰ ਸ਼ਬਰਿੰਗ ਹੋ ਰਹੀ ਸੀਗੀ। ਹਾਂ। ਇਹਨੂੰ ਫੀਵਰ 104 ਤੱਕ ਚਲਾ ਜਾਂਦਾ ਸੀਗਾ ਔਰ ਦੁਸ਼ਟ ਆਤਮਾ ਦਾ ਪ੍ਰਭਾਵ ਵੀ ਹੋ ਰਿਹਾ ਸੀ ਪੂਰੀ ਪਰਿਵਾਰ ਦੇ ਵਿੱਚ ਹੀ। ਹਾਂ। ਪਰਿਵਾਰ ਚ ਕੀ ਹੋ ਰਿਹਾ ਸੀ? ਪਰਿਵਾਰ ਤੇ ਮਦਰ ਦੇ ਉੱਪਰ ਅਟੈਕ ਹੋ ਰਹੇ ਸੀਗੇ। ਹਾਂ। ਹੋਰ ਪੂਰੇ ਫੈਮਿਲੀ ਨੂੰ, ਫਾਦਰ ਸਾਹਿਬ ਤੇ ਵੀ, ਮੇਰੀ ਵਾਈਫ ਦਾ ਬੀਪੀ ਘਟ ਜਾਂਦਾ ਸੀਗਾ। ਹਾਂ। ਤੁਹਾਨੂੰ ਮੇਰੀ ਵੀ ਜਿਹੜੀ ਮਿਨਿਸਟਰੀ ਸੀਗੀ ਉਹਦੇ ਉੱਪਰ ਕਾਫੀ ਲੋਸ ਹੋ ਰਿਹਾ ਸੀਗਾ। ਹਾਂ। ਬਾਰ-ਬਾਰ ਪ੍ਰੋਬਲਮਸ ਆ ਰਹੀਆਂ ਸੀਗੀਆਂ। ਮੈਂ ਤੁਹਾਡੇ ਨਾਲ ਗੱਲ ਕਰਦਾ ਹੀ ਤੁਸੀਂ ਮੈਨੂੰ ਕਹਿੰਦੇ ਕਿ ਬੇਟਾ ਕਿ ਕਮੀ ਦੇਖ ਕਿੱਥੇ ਆ ਤੇਰੇ ਵਿੱਚ। ਤੇ ਜਦੋਂ ਸਾਂਝੀ ਤੁਹਾਡੇ ਨਾਲ ਗੱਲਬਾਤ ਹੋਈ, ਤੁਸੀਂ ਮੈਨੂੰ 45 ਮਿੰਟ ਲਗਾ ਕੇ ਤੁਸੀਂ ਮੈਨੂੰ ਪ੍ਰੋਪਰ ਗਾਈਡ ਕੀਤਾ, ਮੈਨੂੰ ਦੱਸਿਆ ਵੀ ਕਿ ਹਾਂ ਬੇਟਾ ਤੇਰੇ 'ਚ ਇੱਥੇ ਪ੍ਰੋਬਲਮ ਸੀ। ਮੈਂ ਤੁਹਾਨੂੰ ਪਹਿਲੇ ਕਿਹਾ ਸੀਗਾ ਕਿ ਆਪਣੀ ਮਦਰ ਨੂੰ ਲੈ ਕੇ ਸੁਣੋ ਮੇਰੀ ਗੱਲ, ਸੁਣੋ। ਪ੍ਰੋਬਲਮ ਕੀ ਆ ਰਹੀਆਂ ਵਾ ਇਹਦਾ ਕੋਈ ਲੈਣਾ ਦੇਣਾ ਨੀਗਾ। ਪ੍ਰੋਬਲਮ ਕਿੱਥੋਂ ਆ ਰਹੀ ਆ ਇਹ ਮੇਨ ਹਿੱਸਾ ਵਾ। ਮੇਨ ਹਿੱਸਾ ਕੀ ਆ ਕਿ ਪ੍ਰੋਬਲਮ ਸ਼ੁਰੂ कित्थों आ ਤੁਹਾਡੀ। इसके बहुत से मुझे मैसेज आ रहे थे कि ये भी खराब हो गया, ये भी हो गया, ये भी हो गया, ये भी। तो मैं रात को प्रार्थना में था और मेरी अचानक इससे बात हुई और जब बात हुई तो मैंने पूछा कि ये हुआ क्यों है। ये नहीं आपने सोचा तो हुआ क्यों ऐसा था? क्योंकि सुनिए, जब आप पाखरू का
आप हिस्सा जब पूरा करते हो, पवित्र आत्मा के हिस्से को आप सही से लेकर चल रहे हो, तो आपकी सिचुएशनें खराब हो जाएं, ये पॉसिबल नहीं है। आपकी सिचुएशनें खराब नहीं होनी, आपका कोई भी हिस्सा नहीं हिलेगा, आपके हर हिस्से को सही से लेकर जाएगा पाखरू। लेकिन जब आप आत्मिक हिस्से से हिल गए तो फिर क्या है, फिर सारा कुछ हिल जाना है। मैं देख रहा था इसके जीवन में जो पकड़ थी परमेश्वर की वो नहीं थी। क्यों? आप परमेश्वर के मिशन को लेकर निकले हो और आप यहां पर आकर क्या कर रहे हो? चर्च में आकर क्या करते हो? इधर उधर की बातें सुन रहे हो। यही इसके जीवन में था। पहले नहीं था, लेकिन बाद में क्या हुआ? आप उलझ जाते हो कि नहीं, मैं अपनी दिमाग से कर लूंगा, अपनी योजनाओं से करूंगा, मैं आगे बढ़ सकता हूं, मैं आगे बढ़ जाऊंगा। कैसे? कुछ ना कुछ योजना लगा के। नहीं बढ़ होना, आपकी हालात और खराब होने हैं। क्योंकि वो काम जो आप खुद करना चाहते हो, उसी को करने के लिए तो आत्मा का प्रकाश दिया गया है। उसी को करने के लिए तो उसने लिखा है कि मैं करूंगा, तुम्हारे अंदर से वो चमक निकालूंगा। आप अगर खुद उसी से हट जाओगे जिसने आपको चंगा करना है, जिसने आपको खड़ा करना है, तो सिचुएशनें बिगड़ जाएंगी। फिर हाँ जी, क्या हुआ फिर? ਸੰਜੀ ਫਿਰ ਬਲੱਡ ਲੂਜ਼ ਹੋ ਗਿਆ ਇਹਦਾ ਜ਼ਿਆਦਾ, ਤੇ ਡਾਕਟਰ ਨੇ ਕਿਹਾ ਕਿ ਤੁਸੀਂ ਇਹਨੂੰ ਜਲੰਧਰ। नहीं नहीं, वो यहां पे क्या हुआ फिर, वो बताओ, खुल के बताओ आप। ਸੰਜੀ ਮੇਰੇ ਕੋਲੋਂ ਇੱਕ ਗਲਤੀ ਹੋ ਗਈ ਸੀਗੀ ਜਿਹਦੇ ਵਿੱਚ ਮੇਰੀ ਮਦਰ ਤੇ ਅਟੈਕ ਹੁੰਦੇ ਸੀ। ਤੁਸੀਂ ਮੈਨੂੰ ਸ਼ਬਦ ਦਿੱਤੇ ਸੀ ਕਿ ਤੁਸੀਂ 2 ਦਿਨ ਵਾਸਤੇ ਚਰਚ ਦੇ ਵਿੱਚ ਆਓ। और क्या था? और भी बताएं। हाँ जी। ਔਰ ਤੁਸੀਂ ਕਿਹਾ ਸੀਗਾ ਕਿ ਚਰਚ ਵਿੱਚ ਆਓ ਔਰ ਇਹ ਅੱਜ ਤੋਂ ਬਾਅਦ ਕਦੀ ਨਹੀਂ ਹੋਏਗਾ। ਔਰ ਸੰਜੀ ਮੈਂ ਉੱਥੇ ਗਲਤੀ ਕਰ ਬੈਠਾ। ਮੈਂ ਆਪਣੀ ਫੈਮਿਲੀ ਨੂੰ ਕਿਹਾ ਸੀ ਆਪਾਂ ਚੱਲਦੇ ਆਂ, ਬਟ ਫੈਮਿਲੀ ਕੁਝ ਕਾਰਨ ਕਰਕੇ ਜਾ ਨਹੀਂ ਪਾਏ, ਬੱਚਿਆਂ ਕਰਕੇ। ਔਰ ਉਸ ਗਲਤੀ ਦਾ ਨਤੀਜਾ ਮੈਨੂੰ ਇਹ ਚੀਜ਼ ਭੁਗਤਣੀ ਪਈ, ਜਿਹਦੇ ਵਿੱਚ ਮੇਰੀ ਮਿਨਿਸਟਰੀ ਦੇ ਵਿੱਚ ਵੀ ਲਾਸ ਹੋਇਆ, ਮੇਰੇ ਬਿਜ਼ਨਸ 'ਚ ਵੀ, ਮੇਰੇ ਬ੍ਰਦਰ ਦੀ ਸਿਹਤ 'ਚ ਵੀ, फाइनेंस भी, बहुत चीज़ों ਦੇ ਵਿੱਚ। और भी आप बोल रहे थे कि मुझे इधर उधर की बातें सुनने को मिलती थी, वो क्या थी? जी जी ਸਾਂਝੀ, ਜਿਵੇਂ ਕਿ ਲੋਕ ਮੈਨੂੰ ਕਹਿ ਰਹੇ ਸੀਗੇ ਕਿ ਚਰਚ ਵਿੱਚ ਆਉਂਦੇ ਸੀਗੇ ਕਿ ਤੁਹਾਡੇ ਆਪਣੇ ਤਾਂ ਫੈਮਿਲੀ ਦੇ ਲੋਕ ਠੀਕ ਨਹੀਂ ਆ, ਤੁਸੀਂ ਕਿਸ ਤਰ੍ਹਾਂ ਠੀਕ ਕਰੋਗੇ। ਤੇ ਮੈਂ ਸਾਂਝੀ ਤੁਹਾਨੂੰ ਬਾਰ-ਬਾਰ ਮੈਸੇਜ ਪਾ ਰਿਹਾ ਕਿ ਸਾਂਝੀ ਇਦਾਂ ਇਦਾਂ। सुनिए मेरी बात, मैंने इनको सिंपल बोला कि आप जो आपने खराब परमेश्वर के पाखरू के प्रकाश के साथ, पवित्र आत्मा के साथ आपने रिश्ता जो बनाना है, जिसका हम प्रचार कर रहे हैं, जिसको हम मैसेज को, आपने उसको ठीक करना है। और इसको मैंने बोला, आप कब चंगा होना चाहते हो? अभी आप बोलो परमेश्वर को घुटनों पे आके, और ठीक उसी समय आप चेक करना, सारी सिचुएशनें तुम्हारी नॉर्मल दिखेंगी, सारी। एक नहीं, आपने 10 बोली है, अब 11 नॉर्मल देखोगे, बिल्कुल नॉर्मल। इस बात को समझना सीखना है। और हुआ क्या? इसने कन्फेस किया, और जब मैंने इसको बोला कि जाओ अब चेक करो, इसने बोला जी डॉक्टर ने बोला 2 ऑपरेशन करने हैं। मैं क्या, ऑपरेशन कैंसिल है? क्यों? क्योंकि तू उस जगह पे अब खड़ा हो गया जहां से तू हिल चुका था। और क्या हुआ फिर क्या बोला डॉक्टर ने? डॉक्टर साहब कह रहे थे कि ऑपरेशन हुण नहीं होएगा, ऑपरेशन वाली सिचुएशन नहीं है, आप मेडिकल दे नाल ही मेडिसिन। हाँ नहीं, जब आपने कन्फेस किया, जी फादर साहब, कन्फेस से पहले डॉक्टर बोल रहा था ऑपरेशन होना है। डॉक्टर साहब कह रहे थे 2 ऑपरेट होंगे, हाँ। बाबा सिर दा, हाँ। एक ਇਹਦੇ स्टोन ਦਾ ਹੋਏਗਾ। हाँ। और जब आपने कन्फेस किया, उसके बाद ਜਦੋਂ ਮੈਂ ਇਸ ਚੀਜ਼ ਨੂੰ ਮੰਨਿਆ ਸਾਂਝੀ, ਤੁਸੀਂ ਮੈਨੂੰ ਸ਼ਬਦ ਦਿੱਤੇ कि ऑपरेशन कैंसिल है, ऑपरेशन नहीं होंगे, ਤੁਸੀਂ चिंता ना करो। और क्या मैंने बोला? और ਤੁਸੀਂ ਮੈਨੂੰ बहुत सारियां ਗੱਲਾਂ ਕਹੀਆਂ ਸੀ ਇਹਦੇ ਵਿੱਚ कि आपकी सिचुएशनें क्या क्या होंगी जब आप कन्फेस कर लोगे। जब ਤੁਸੀਂ ਕਿਹਾ ਸੀ ਕਨਫੈਂਸ ਕਰੋਗੇ, ਤੁਸੀਂ ਉਸੇ ਟਾਈਮ ਚਮਤਕਾਰ ਦੇਖੋਗੇ
ਔਰ ਬਹੁਤ ਸਾਰੇ ਜੀਵਨ ਦੇ ਵਿੱਚ ਵਾਧੇ ਹੋਣਗੇ हाँ, ਤੁਹਾਡੇ। और फिर क्या हुआ जब आपने कन्फेस किया? ਜਿੱਦਾਂ ਹੀ ਸਾਂਝੀ ਮੈਂ ਇਸ ਚੀਜ਼ ਨੂੰ ਮੰਨਿਆ ਔਰ ਉਸ ਤੋਂ ਬਾਅਦ ਬਿਲਕੁਲ ਰਿਪੋਰਟ ਆਉਣ ਤੋਂ ਬਾਅਦ ਨੈਕਸਟ ਡੇ ਉਹ ਡਾਕਟਰ ਕਹਿ ਰਹੇ ਸੀਗੇ ਤੁਹਾਡੇ ਆਪਰੇਸ਼ਨ ਨਹੀਂ ਹੋਣੇ, ਇਹ ਮੈਡੀਸਨ ਨਾਲ ਹੀ ਠੀਕ ਕਰਾਂਗੇ। ਔਰ ਮੈਂ ਉਸ ਤੋਂ ਬਾਅਦ ਤੁਹਾਨੂੰ ਮੈਸੇਜ ਪਾਇਆ ਔਰ ਤੁਸੀਂ ਮੈਨੂੰ ਕਿਹਾ ਕਿ ਬੇਟਾ ਬਿਲਕੁਲ ਵਰੀ ਨਾ ਕਰ, ਹੁਣ ਸਭ ਚੰਗਾ ਹੋਣਾ ਆ, ਤੂੰ ਜਿਸ ਜਗ੍ਹਾ ਤੇ ਹੁਣ ਖੜ ਗਿਆ ਨਾ ਇੱਥੋਂ ਹਿੱਲਣਾ ਨਹੀਂ ਆ। ਤੇ ਮੈਂ ਸਾਂਝੀ ਮੈਂ ਰੋ ਰੋ ਕੇ ਪ੍ਰਾਰਥਨਾ ਕਰ ਰਿਹਾ ਔਰ ਮੈਂ ਤੁਹਾਡੇ ਸਾਹਮਣੇ ਵੀ ਰੋ ਰੋ ਕੇ ਕਹਿ ਰਿਹਾ ਕਿ ਸਾਂਝੀ ਅੱਜ ਤੋਂ ਬਾਅਦ ਮੈਂ ਗਲਤੀ ਨਹੀਂ ਕਰਾਂਗਾ और ना ही मेरा कोई परिवार गलती करेगा। मैं ਤੁਹਾਡੇ ਨਾਲ हमेशा। और हुआ कैसे फिर? मैं संजी जेडी गलती की थी बेटा आप बात को समझो, आपने जब कन्फेस किया तो सिचुएशन क्या क्या बदली? फिर आपकी बदली सिचुएशन कि नहीं? संजी बदल गई, ऑपरेशन कैंसिल हो गए, ब्रदर का ब्लड भी प्रॉपर आ गया, एक तो उठा नहीं जा रहा है बिल्कुल। आज पहले ब्लड कितना था? 5 ग्राम सीगा संजी। और जब आपने नहीं पहले, और जब आपने कन्फेस किया ब्लड कितना हो गया? 7.7 ग्राम। हाँ, फिर सारा कुछ नॉर्मल? सारा कुछ नॉर्मल हो गया संजी। अच्छा, गॉड ब्लेस यू। सुनो सुनो सुनो, आज पहली बार गवाही दे रहा है पास्टर संजीव, कंफ्यूज है। बात मेन क्या है पता है आपको? मेन बात क्या है कि अगर आप उस जगह से हिल गए जहां से आपको आत्मा का प्रकाश चंगा करेगा, बनाएगा, तुम्हें चमकाएगा, तुम्हें देखने लायक बनाएगा, तुम्हें सुनने लायक बनाएगा, तुम्हें चमकाएगा, तो फिर सिचुएशन खराब होनी है। आपको लगता है कि आपके जो कान में डाल रहा है बात वो आपके फायदे के लिए नहीं, आपको आत्मा के प्रकाश की समझ ही ना आए, आप हिल जाओ, आप वो जो लिखा हुआ इमिटेड के अंदर से बिजली पैदा कर देता है, वो इलेक्ट्रिक, वो रोशनी तुम्हारे अंदर से कभी ना निकले, इसलिए है वो। और जब आप इन सिचुएशनों से निकलो, आप जैसे ही परमेश्वर के पास कन्फेस करोगे, तुम्हारी सिचुएशन नॉर्मल कर देगा, वो सारा कुछ नॉर्मल हो जाएगा। आमीन। यही इनके साथ हुआ। इसलिए आत्मा का प्रकाश, पाखरू का प्रकाश जो करने आया उसको करने दे, आप उसमें दखल ना दे। आप खुद ना उन बातों को करना शुरू कर दो कि नहीं नहीं ये मैं कर लूंगा, बिल्कुल भी नहीं, आप नहीं कर सकते। आप उनको करने दो, आपके जीवन वो सिद्ध करके, चमका के, अंदर से तुम्हें सुंदर बना के खड़ा कर देगा यीशु के नाम से। परमेश्वर ने इसीलिए वचन के अंदर लिखा है, यहां बड़ा बड़ा कुछ गहरे गहरे से लिखा हुआ है कि तुम दिखोगे कैसे, तुम चलोगे कैसे। जब आत्मा का प्रकाश तुम्हारे परिवारों पे कंट्रोल कर लेगा, तुम्हारे बिजनेस कैसे दिखेंगे, तुम्हारा फाइनेंस कैसा दिखेगा, चारों तरफ तुम्हारे रोशनी रोशनी दिखेगी, तुम्हारे लोगों को दिखेगा कि हां ये लोग आत्मा के प्रकाश से भरे हुए हैं, ये लोग परमेश्वर के शब्द से भरे हैं, और तुम्हारी चमक दिन रात तारों की तरह बढ़ती जाएगी यीशु के नाम से। अगर हम उसी वचन को देखते हैं तो वहां पे साफ साफ लिखा हुआ है, लिखा है क्या था? बी पार्ट पढ़े फिर से, जल्दी से पढ़ें। बी 5 4 5 7, हां जी। बी में क्या लिखा है? लिखा है सच ਅਤੇ ਇਸ ਦੇ ਗਿਆਨ ਦਾ, ਇਸ ਦੇ ਨਾਲ जुड़ी आध्यात्मिकता शुद्धता ਦੇ ਨਾਲ। नहीं 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 नहीं, आप गलत पढ़ रहे हो। लिखा है कोई भी चीज जो रोशनी छड़ती है। हाँ, आगे एक तारा। यस, आत्मा का प्रकाश क्या लिख रहा है? लिख रहा है जैसे हर किसी चीज से जिससे रोशनी निकलती है, मैं तुम्हें ऐसा बना दूंगा। आगे लिखा है जैसे तारा, जैसे स्टार चमकते हैं, जब तुम उसके अंदर से होकर निकलोगे
तो तुम स्टार की तरह, तारे की तरह, तुम तारों की तरह चमकते रहोगे। तुम्हारे परिवार, तुम्हारी कलीसियाएं, तुम्हारे चमत्कार, तुम्हारे मिरेकल, तुम्हारा हर हिस्सा वो तारों की तरह चमकाएगा। और आगे क्या लिखा हुआ है, बहुत जबरदस्त लिखा है, सुनिए। हाँ जी, फायर बिकॉज इट इज लाइट, पंजाबी में पढ़े। हाँ जी, अग क्योंकि ये रोशनी है हाँ, ਅਤੇ रोशनी पाਉਂਦੀ है। देखो क्या लिखा हुआ है, लिखा है आग। वो रोशनी तो है लेकिन रोशनी देती भी है, ये भी एक अलग बात है। वो तुम्हें इस कदर नहीं बनाएगा कि तुम खुद तो चमक रहे हो, नहीं, तुम दूसरों को भी चमकाओगे। आमीन। तुम ऐसे बना देगा वो। हर हिस्से में उसने छोटे छोटे हिस्सों में भी लिखा है, आत्मा का प्रकाश तुम्हें करेगा क्या, कि तुम तो आग की तरह होंगे, आग जो दूसरों को भी रोशनी देगी। आमीन। आगे क्या लिखा है, एक दीवा हाँ। या मिसाल। हाँ, जैसे वहां पे फिर वही बात लिखी हुई है कि जैसे लैंप के अंदर से, टॉर्च के अंदर से, बल्ब के अंदर से, दिए के अंदर से रोशनी चमकती है, जैसे मशाल के अंदर से परमेश्वर आपको हर हिस्से में बार बार इस वचन के द्वारा वो आपको बता रहा है कि आपको इसके डी को पढ़े, डी हिस्से को, ए को पढ़े, तीसरे के ए को। परमात्मा रोशनी है हाँ, क्योंकि रोशनी विच बहुत ही नाजुक, सूक्ष्म, शुद्ध, चमकदार गुण है। हाँ, आगे पढ़े। बी सच ਅਤੇ ਇਸ ਦੇ ਗਿਆਨ ਦਾ ਇਸ ਦੇ ਨਾਲ ਜੁੜੀ ਅਧਿਆਤਮਿਕ ਸ਼ੁੱਧਤਾ ਦੇ ਨਾਲ। ਸੀ ਉਹ ਜੋ ਸਾਰਿਆਂ ਦੇ ਦ੍ਰਿਸ਼ਟੀਕੋਣ ਲਈ ਖੁੱਲ ਕੇ ਜਨਤਕ ਤੌਰ ਤੇ ਪ੍ਰਗਟ ਹੁੰਦਾ ਹੈ। हाँ, इसका पूरा हिस्सा अगर आप पढ़ोगे तो इसका क्या मतलब है, इसका मतलब है कि बहुत सी चीजें जो आंखों को और कान को नहीं दिखती, जैसे खुशबू है, वो दिखती नहीं है, ना कान को सुनती है ना आंख को दिखती है, लेकिन उसकी खुशबू आती है। यहां लिखा हुआ है इसके अंदर, परमेश्वर बोलता मैं आपको ऐसा कर दूंगा, आप डेलिकेट भी दिखोगे और स्ट्रॉन्ग भी दिखोगे, आप चमकदार भी दिखोगे, आप चमक देने वाले भी दिखोगे, आप सुंदर भी दिखोगे और अंदर की सुंदरता से भरे भी होंगे। तुम्हारे हर हिस्से में आत्मा का प्रकाश कंट्रोल करेगा और तुम्हें सिद्ध करके प्रभु यीशु के पास ले जाएगा। वो उठाओ हाथों को और बोलो इन शब्दों को कि परमेश्वर, ये शब्द हमारे जीवन में, ये शब्द हमारे बच्चों में, ये शब्द हमारी चारों तरफ हमारी कलीसियाओं में आए आज खुदावन जी, कि वो आत्मा के प्रकाश को समझते हुए वो ऐसी सुंदरता से भरे जो आपको खींच के लाए परमेश्वर, जो आप उनके पास जाओ परमेश्वर, और परमेश्वर वो अपने गुणों से लोगों को उस सुंदरता से भर दे मेरे परमेश्वर। बोलो 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 अपने परिवार के लिए कि उन सुंदरता से, उन गुणों से, उस चमक से वो तारों की तरह चमके जो आत्मा का प्रकाश। बोलो मैं आज परमेश्वर अपने शब्दों से बोलता हूं कि परमेश्वर मैं सुन चुका हूं सब कुछ, मैं देख चुका हूं सब कुछ, कि मैं अगर अपनी मर्जी से भागूंगा इधर उधर तो मैं कुछ ना पाऊंगा, लेकिन यदि मैं तेरी ओर भागूंगा तो आत्मा का प्रकाश मेरे लिए सब कुछ अवेलेबल करवा देगा। आत्मा का प्रकाश मेरे लिए हर हिस्से को पूरा कर देगा। आत्मा का प्रकाश मेरे लिए वो हर हिस्से को लेकर आएगा जिन हिस्सों को मुझे होना चाहिए। बोलो 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 उन हिस्सों को, जिन हिस्सों को जीसस। क्यों? उन हिस्सों को, किन हिस्सों को? बोलो उन हिस्सों को पूरा कर, उन हिस्सों को पूरा कर परमेश्वर।
उन हिस्सों को पूरा कर परमेश्वर। हिस्सों को पूरा कर। जीसस, उठाओ हाथों को सब जन और बोलो, सुनो, आप चाहते हो प्रार्थना करना तो ये समय है। आपने जब हर हिस्से में, जब आत्मा का प्रकाश तैयार है आपके हर हिस्से को पूरा करने के लिए, तो आपने अब पुकारना है, आपने अब बुलाना है। जब आप पुकारोगे तो वो करके दिखाएगा। आमीन। जीसस, 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 वो करके दिखाएगा, वो करके दिखाएगा, वो करके दिखाएगा, वो करके दिखाएगा। जीसस। हाँ जी, आप खड़े हो जाओ, बैठ जाओ भी आप। फादर साहब, अगली गवाही बलजीत कौर दी है कपूरथले तो जी। हाँ जी, फादर साहब ਇਹ ਮਹਾਭਿਸ਼ੇਕ 4 ਸਾਲ ਤੋਂ ਆ ਰਹੇ ਆ। हाँ, ਔਰ ਫਾਦਰ ਸਾਹਿਬ ਇਹ ਗਵਾਹੀ ਇਹਨਾਂ ਦੇ ਬੇਟੇ ਦੀ ਆ। ਇਹਨਾਂ ਦਾ ਬੇਟਾ ਫਾਦਰ ਸਾਹਿਬ ਵਿਦੇਸ਼ ਗਿਆ ਸੀ 5 ਮਹੀਨੇ ਪਹਿਲਾਂ। हाँ, ਔਰ ਉੱਥੇ ਇਹਦੇ ਤੇ ਚੋਰੀ ਦਾ ਕੇਸ ਪੈ ਗਿਆ ਫਾਦਰ ਸਾਹਿਬ। ਉਧਰ ਦੀ ਪੁਲਿਸ ਨੇ ਇਹਨੂੰ ਬਹੁਤ ਟੌਰਚਰ ਕੀਤਾ, ਇਹਨੂੰ ਕਰੰਟ ਵੀ ਲਗਾਏ ਗਏ ਫਾਦਰ ਸਾਹਿਬ। ਇਹਦੀ ਕੰਡੀਸ਼ਨ ਖਰਾਬ ਸੀ, ਪਰ ਇਹਨਾਂ ਦੇ ਮਦਰ ਤੁਹਾਨੂੰ ਲਗਾਤਾਰ ਫੋਨ ਤੇ ਮੈਸੇਜ ਕਰਦੇ ਰਹੇ। ਜਿਵੇਂ ਹੀ ਫਾਦਰ ਸਾਹਿਬ ਤੁਸੀਂ ਇਸ ਬੱਚੇ ਲਈ ਪ੍ਰੇਅਰ ਕੀਤੀ, ਇਹ ਸਹੀ ਸਲਾਮਤ ਆਪਣੇ ਘਰ ਆਇਆ। ਜਦੋਂ 15 ਦਿਨ ਆਪਣੇ ਘਰ ਪਹਿਲਾਂ ਆਇਆ ਤੇ ਬੱਚਾ ਡਿਪਰੈਸ਼ਨ ਦਾ ਸ਼ਿਕਾਰ ਹੋ ਗਿਆ ਫਾਦਰ ਸਾਹਿਬ। ਇਹਨੇ ਸੁਸਾਈਡ ਕਰਨ ਦੀ ਕੋਸ਼ਿਸ਼ ਕੀਤੀ ਫਾਦਰ ਸਾਹਿਬ। ਔਰ ਇਹ ਬੱਚੇ ਦੇ ਹਾਰਟ ਪ੍ਰੋਬਲਮ ਆਈ ਫਾਦਰ ਸਾਹਿਬ, ਜਿਹਦੇ ਨਾਲ ਇਹਦੇ ਬ੍ਰੇਨ ਨੂੰ ਆਕਸੀਜਨ ਮਿਲਣੀ ਰੁਕ ਗਈ ਫਾਦਰ ਸਾਹਿਬ। ਇਹ 5 ਹਸਪੀਟਲ ਚ ਲੈ ਕੇ ਗਏ ਔਰ ਸਭ ਨੇ ਡੈਡ ਕਹਿੰਦੇ ਕਰਾਰ ਕਰ ਦਿੱਤਾ। ਕੀ ਇਹ ਗੱਲ ਲੈ ਕੇ ਗਏ ਕੀ ਕਹਿ ਰਹੇ ਤੁਸੀਂ? ਗੁਰੂ ਨਾਨਕ ਮਿਸ਼ਨ ਹਸਪੀਟਲ ਚ ਫਾਦਰ ਸਾਹਿਬ ਲੈ ਕੇ ਗਏ ਬੱਚੇ ਕਿਉਂ? ਨੂੰ। ਕਿਉਂ ਲੈ ਕੇ ਜਦੋਂ ਇਹ ਗਏ? ਬੱਚਾ ਬੇਹੋਸ਼ ਹੋ ਗਿਆ, ਇਹਨੇ ਸੁਸਾਈਡ ਕਰਨ ਦੀ ਕੋਸ਼ਿਸ਼ ਕੀਤੀ ਸੀ। हाँ, और अपेक्स हॉस्पिटल च लेके गए, सैक्रेड हार्ट च लेके गए फादर साहब, सिविल हॉस्पिटल च लेके गए, फिर लास्ट च अरमान हॉस्पिटल लेके गए फादर साहब। हाँ। उन्होंने इस बच्चे नु अंदर जदों ले गए वेंटिलेटर ते लाता। ਇਹਦੇ ਫਾਦਰ ਤੇ ਮਦਰ ਤੁਹਾਨੂੰ ਇੱਕ ਮਿੰਟ ਚ ਇਸ ਬੇਟੇ ਦੀ ਸਿਚੁਏਸ਼ਨ ਦੱਸ ਰਹੇ ਸੀ। ਡਾਕਟਰ ਕਹਿ ਰਹੇ ਸੀ ਕਿ ਇਹਦੇ ਬ੍ਰੇਨ ਨੂੰ ਆਕਸੀਜਨ ਨਹੀਂ ਜਾ ਰਹੀ, ਇਹ ਬੱਚੇ ਦਾ ਪਾਸਾ ਖਲੋ ਸਕਦਾ, ਇਹ ਕੋਮਾ ਚ ਜਾ ਸਕਦਾ, ਕੋਈ ਵੀ ਪ੍ਰੋਬਲਮ ਹੋ हाँ ਸਕਦੀ जी, ਹੈ। पास्टर जी ਉਹਨਾਂ ਦੇ ਮਦਰ ਨੂੰ ਮਾਈਕ ਦਿਓ। हाँ जी, पास्टर जी ਕੀ ਨਾਮ ਹੈ ਤੁਹਾਡਾ, ਕਿੱਥੋਂ ਆਏ ਤੁਸੀਂ? ਜੈਮਸੀ ਪਾਪਾ ਜੀ। ਜੈ ਮਸੀਹ ਕੀ। ਪਾਪਾ ਜੀ ਮੇਰਾ ਨਾਮ ਪਾਸਟਰ ਬਲਜੀਤ ਕੌਰ ਆ। ਹਾਂਜੀ, ਹਾਂਜੀ। ਅਸੀਂ ਕਪੂਰਥਲਾ ਦੇ ਰਹਿਣ ਵਾਲੇ ਆ। ਕੀ ਹੋਇਆ ਸੀ? ਪਾਪਾ ਜੀ ਮੇਰਾ ਬੇਟਾ ਬਾਹਰ ਗਿਆ ਸੀ ਔਰ ਉੱਥੇ ਇਹਨੂੰ ਪ੍ਰੋਬਲਮ ਆਈ ਔਰ ਇਹ ਡਿਪਰੈਸ਼ਨ ਦੇ ਵਿੱਚ ਚਲੇ ਗਿਆ ਪਾਪਾ ਜੀ। ਔਰ ਜਦੋਂ ਆਇਆ ਬਹੁਤ ਪਰੇਸ਼ਾਨ ਸੀ ਔਰ ਪਾਗਲਾਂ ਦੀ ਤਰ੍ਹਾਂ ਕਰਦਾ ਸੀ ਪਾਪਾ ਜੀ, ਬਹੁਤ ਜ਼ਿਆਦਾ ਪਰੇਸ਼ਾਨ ਹੋ ਗਿਆ ਸੀ। ਔਰ ਇੱਕ ਦਿਨ ਇਹ ਘਰੇ ਬੈਠਾ ਸੀ ਔਰ ਪਤਾ ਨਹੀਂ ਕੀ ਇਹਦੇ ਦਿਮਾਗ ਵਿੱਚ ਆਈ, ਅਸੀਂ ਤਾਂ ਬਾਹਰ ਕੰਮ ਕਰ ਰਹੇ ਸੀਗੇ। ਔਰ ਜਦੋਂ ਕੰਮ ਕਰ ਰਹੇ ਸਾਨੂੰ ਨਹੀਂ ਪਤਾ ਪਾਪਾ ਜੀ ਕੀ ਹੋਇਆ ਕੀ ਨਹੀਂ ਹੋਇਆ। ਇਹ ਜਦੋਂ ਅਸੀਂ ਅੰਦਰ ਗਏ ਆ ਬੇਹੋਸ਼ ਪਿਆ ਸੀਗਾ। ਔਰ ਜਦੋਂ ਅਸੀਂ ਚੁੱਕ ਕੇ ਹਸਪੀਟਲ ਲੈ ਗਏ ਸਰਕਾਰੀ, ਉਹਨਾਂ ਨੇ ਸਾਨੂੰ ਕਹਿਤਾ ਕਿ ਇਹਨੂੰ ਇੱਥੋਂ ਲੈ ਜਾਓ, ਇਹਦੇ ਸਾਡੇ ਵੱਸ ਤੋਂ ਬਾਹਰ ਆ, ਕਿਉਂਕਿ ਇਹ ਕਹਿੰਦੇ ਗਰਮ ਆ ਲੇਕਿਨ ਨਬਜ਼ਾਂ ਇਹਦੀਆਂ ਬੰਦ ਹੋ ਚੁੱਕੀਆਂ ਆ। ਅਸੀਂ ਗੁਰੂ ਨਾਨਕ ਮਿਸ਼ਨ ਹਸਪੀਟਲ ਲੈ ਕੇ ਉਹਨਾਂ ਨੇ ਵੀ ਇਹਨੂੰ ਹੱਥ ਨਹੀਂ ਪਾਇਆ, ਉਹਨਾਂ ਨੇ ਵੀ ਸਾਨੂੰ ਇਸੇ ਤਰ੍ਹਾਂ ਹੀ ਵਾਪਸ ਮੋੜ। ਬੇਹੋਸ਼ ਕਿਉਂ ਹੋਇਆ? ਇਹਨੇ ਸੁਸਾਈਡ ਕਰਨ ਦੀ ਕੋਸ਼ਿਸ਼ ਕੀਤੀ? ਹਾਂਜੀ ਪਾਪਾ ਜੀ। ਹਾਂ। ਔਰ ਜਦੋਂ ਬਾਅਦ ਵਿੱਚ ਅਸੀਂ ਨੂੰ ਉੱਥੋਂ ਅਪੈਕਸ ਹਸਪੀਟਲ ਲੈ ਕੇ ਉਹਨਾਂ ਨੇ ਵੀ ਇਹਨੂੰ ਹੱਥ ਨਹੀਂ ਪਾਇਆ, ਉਹਨਾਂ ਨੇ ਵੀ ਸਾਨੂੰ ਏਦਾਂ ਹੀ ਵਾਪਸ ਮੋੜ ਦਿੱਤਾ। ਅੱਛਾ। ਔਰ ਅਸੀਂ ਤੁਹਾਨੂੰ ਬਾਰ-ਬਾਰ ਉਹਨਾਂ ਨੇ ਕੀ ਕਿਹਾ? ਉਹਨਾਂ ਨੇ ਕੀ ਕਿਹਾ? ਉਹਨਾਂ ਨੇ ਵੀ ਇਹੀ ਕਿਹਾ ਕਿ ਇਹਦੀ ਪਤਾ ਨਹੀਂ ਕੀ ਸਿਚੁਏਸ਼ਨ ਹੈ, ਇਹਨੂੰ ਲੈ ਜਾਓ ਤੁਸੀਂ ਕਿਸੇ ਵੱਡੇ ਹਸਪੀਟਲ 'ਚ ਲੈ ਕੇ, ਸਾਡੇ ਕੋਲ ਮਸ਼ੀਨਾਂ ਹੈ ਨਹੀਂ ਗੀਆਂ। ਔਰ ਜਦੋਂ ਅਸੀਂ ਸੈਕਰਡ ਹਾਰਟਸ ਹਸਪੀਟਲ ਲੈ ਕੇ ਗਏ। ਔਰ ਇਹ ਉਸੇ ਰਾਤ ਦੀ ਗੱਲ ਆ ਜਿਸ ਦਿਨ ਪਾਸਟਰ ਮਾਹੀ ਵੀ ਉੱਥੇ ਸੀਗੇ। ਹਾਂਜੀ ਪਾਪਾ ਜੀ, ਤੁਸੀਂ ਪਾਸਟਰ ਮਾਹੀ ਜੀ ਨੂੰ ਭੇਜਿਆ, ਸਾਡੇ ਨਾਲ ਹਰ ਹਸਪੀਟਲ ਦੇ ਵਿੱਚ ਜਾ ਰਿਹਾ ਸੀ। ਔਰ ਕੋਈ ਵੀ ਹਸਪੀਟਲ ਵਾਲੇ ਡਾਕਟਰ ਸਾਡੀ ਗੱਲ ਹੀ ਨਹੀਂ ਸੁਣ ਰਹੇ ਸੀ ਪਾਪਾ ਜੀ। ਔਰ ਜਦੋਂ ਅਸੀਂ ਉੱਥੇ ਸੈਕਰਡ ਹਾਰਟ ਵਿੱਚ ਲੈ ਕੇ, ਉਹਨਾਂ ਨੇ ਐਂਬੂਲੈਂਸ ਦੇ ਵਿੱਚੋਂ ਹੀ ਨਹੀਂ ਕੱਢਿਆ। ਉਹ ਕਹਿੰਦੇ ਸਾਡੇ ਕੋਲ ਸੁਵਿਧਾ ਹੀ ਹੈ ਨਹੀਂਗੀ। ਅੱਛਾ। ਹਾਂਜੀ ਪਾਪਾ ਜੀ, ਫਿਰ ਤੁਹਾਨੂੰ ਮੈਸੇਜ ਪਾਇਆ, ਤੁਸੀਂ ਕੋ ਟੈਨਸ਼ਨ ਨਾ ਲਓ, ਬਿਲਕੁਲ ਨਾਰਮਲ ਆ। ਲੇਕਿਨ ਇਹਦੀ ਕੰਡੀਸ਼ਨ ਇੰਨੀ ਖਰਾਬ ਸੀ ਕਿ ਸਾਨੂੰ ਸਮਝ ਹੀ ਨਹੀਂ ਸੀ ਆ ਰਿਹਾ। ਅਸੀਂ ਦੋਨੋਂ ਜਣੇ ਰੋ ਰਹੇ ਸੀ, ਇੰਨਾ ਰੋ ਰਹੇ ਸੀ, ਜਵਾਨ ਪੁੱਤ ਸਾਹਮਣੇ ਪਿਆ, ਕੋਈ ਹੱਥ ਹੀ ਨਹੀਂ ਪਾ ਰਿਹਾ, ਕਿੱਥੇ ਸਾਨੂੰ ਕੋਈ ਹਸਪੀਟਲ ਚੱਲ ਹੀ ਨਹੀਂ ਸੀ ਰਿਹਾ ਪਾਪਾ ਜੀ। ਜਦੋਂ ਅਸੀਂ ਅਰਮਾਨ ਹਸਪੀਟਲ ਵਿੱਚ ਆਏ, ਉਹਨਾਂ ਨੇ ਸਾਨੂੰ ਕੁਝ ਨਹੀਂ ਪੁੱਛਿਆ, ਉਹਨਾਂ ਨੇ ਸਿੱਧਾ ਇਹਨੂੰ ਵੈਂਟੀਲੇਟਰ ਦੇ ਉੱਤੇ ਪਾਇਆ। 2 ਘੰਟਿਆਂ ਦੇ ਬਾਅਦ ਇਹਨੂੰ ਕਿਤੇ ਮਾੜੀ ਜੀ ਮੂਵਮੈਂਟ ਇਹਦੇ ਵਿੱਚ ਹੋਈ ਪਾਪਾ ਜੀ। ਔਰ ਤੁਹਾਨੂੰ ਮੈਸੇਜ ਪਾਇਆ, ਤੁਸੀਂ ਕਿਉਂ ਵਰੀ ਨਾ ਕਰੋ, ਇਹ ਮੈਨੂੰ ਲੋਕਾਂ ਉੱਤੇ ਲੇ ਹੈਂਡ ਕਰਦਾ ਦਿਖ ਰਿਹਾ ਆ, ਤੁਸੀਂ ਟੈਨਸ਼ਨ ਨਾ ਲਓ ਕਿਸੇ ਗੱਲ ਦੀ। ਔਰ ਅਸੀਂ ਨਾ ਸ਼ਬਦਾਂ ਨੂੰ ਲੈ ਕੇ ਪ੍ਰੇਅਰ ਕਰਨੀ ਸ਼ੁਰੂ ਕਰ ਦਿੱਤੀ ਪਾਪਾ ਜੀ। ਜਦੋਂ ਇਹਨੂੰ ਫਿਰ ਉਸ ਰੂਮ ਦੇ ਵਿੱਚ, ਉੱਪਰਲੇ ਰੂਮ ਦੇ ਵਿੱਚ ਇਹਨੂੰ ਕੀਤਾ, ਉਹ ਕਹਿੰਦੇ ਤੇ ਬ੍ਰੇਨ ਦੀ ਆਕਸੀਜਨ ਜਿਹੜੀ ਉਹ ਖਤਮ ਹੋ ਚੁੱਕੀ ਹੈ, ਤੁਸੀਂ ਕਿਹਾ ਮੈਨੂੰ ਰਿਪੋਰਟਾਂ ਭੇਜੋ। ਮੈਂ ਤੁਹਾਨੂੰ ਪਾਪਾ ਜੀ ਰਿਪੋਰਟਾਂ ਭੇਜੀਆਂ ਔਰ ਤੁਸੀਂ ਡਾਕਟਰ ਸਾਹਿਬ ਨੂੰ ਰਿਪੋਰਟਾਂ ਭੇਜੀਆਂ। ਡਾਕਟਰ ਸਾਹਿਬ ਕਹਿੰਦੇ ਭੈਣ ਟੈਨਸ਼ਨ ਨਾ ਲੈ,
ਸਭ ਕੁਝ ਨਾਰਮਲ ਹੋ ਜਾਣਾ ਆ। ਹਾਂਜੀ ਪਾਪਾ ਜੀ, ਬਾਅਦ ਵਿੱਚ ਤੁਸੀਂ ਜਿੱਦਾਂ ਜਿਹਦੇ ਲਈ ਪ੍ਰੇਅਰ ਕਰਨੀ ਸ਼ੁਰੂ ਕੀਤੀ, ਆਈਸੀਯੂ ਦੇ ਵਿੱਚ ਇਹਦੇ ਮੈਂ ਕੰਨ ਨੂੰ ਜਾ ਕੇ ਫੋਨ ਲਾ ਕੇ ਪ੍ਰੇਅਰ ਕਰਵਾਈ, ਔਰ ਪਾਪਾ ਜੀ ਨੇ ਮਾੜੀ ਜਿਹੀ ਮੂਵਮੈਂਟ ਕੀਤੀ, ਆਪਣਾ ਸਿਰ ਹਿਲਾਇਆ ਮਾੜਾ ਜਿਹਾ ਪਾਪਾ ਜੀ। ਹਾਂਜੀ ਪਾਪਾ ਜੀ, ਬਾਅਦ ਵਿੱਚ ਫਿਰ ਅਸੀਂ ਉਸ ਹਸਪੀਟਲ ਦੇ ਵਿੱਚ 5 ਦਿਨ ਰਹੇ ਆ ਪਾਪਾ ਜੀ, ਔਰ ਉਹ ਸਾਨੂੰ ਛੁੱਟੀ ਨਹੀਂ ਸੀ ਦੇ ਰਹੇ, ਕਹਿੰਦੇ ਸੀਰੀਅਸ ਆ ਸੀਰੀਅਸ ਆ ਸੀਰੀਅਸ ਆ, ਤੁਸੀਂ ਕਹਿੰਦੇ ਛੁੱਟੀ ਲਓ, ਬਿਲਕੁਲ ਨਾਰਮਲ, ਤੁਸੀਂ ਗਲੀ ਦੇ ਡਾਕਟਰ ਨੂੰ ਵੀ ਦਿਖਾਓਗੇ ਤਾਂ ਬਿਲਕੁਲ ਠੀਕ ਹੋ ਜਾਣਾ ਆ ਹੁਣ। ਹਾਂਜੀ ਪਾਪਾ ਜੀ। ਸੁਣੋ ਧਿਆਨ ਨਾਲ ਗੱਲ, ਇਹ ਗਵਾਹੀ ਕੀ ਆ, ਇਸ ਬੇਟੇ ਨੂੰ ਪਰਮੇਸ਼ਵਰ ਨੇ ਆਪਣੇ ਮਿਸ਼ਨ ਲਈ ਚੁਣਿਆ ਸੀਗਾ ਪਹਿਲਾਂ ਸਭ ਤੋਂ, ਔਰ ਜਦੋਂ ਇਹਨੇ ਉਸ ਮਿਸ਼ਨ ਨੂੰ ਸਟਾਰਟ ਕੀਤਾ, ਔਰ ਬੱਚਿਆਂ ਦੀਆਂ ਆਪਣੀਆਂ ਖੁਆਇਸ਼ਾਂ ਵੀ ਹੁੰਦੀਆਂ ਵਾ, ਇਹਨੇ ਕਿਹਾ ਮੈਂ ਬਾਹਰ ਜਾਣਾ, ਇਹ ਬਾਹਰ ਚਲਾ ਗਿਆ, ਔਰ ਉੱਥੇ ਕੋਈ ਮਿਸ ਹੈਪਨਿੰਗ ਹੋਈ, ਉਹ ਮਿਸ ਹੈਪਨਿੰਗ ਦੇ ਨਾਲ ਇਹ ਸ਼ੌਕ 'ਚ ਚਲਾ ਗਿਆ, ਔਰ ਇਹਨੇ ਇੱਥੇ ਆ ਕੇ ਸੁਸਾਈਡ ਕਰਨ ਦੀ ਕੋਸ਼ਿਸ਼ ਕੀਤੀ। ਔਰ ਜਦੋਂ ਇਹਨਾਂ ਨੇ ਫੋਨ ਕੀਤਾ ਇਹਦੇ ਫਾਦਰ ਨੇ, ਔਰ ਉਹਨਾਂ ਨੇ ਕਿਹਾ ਕਿ ਇਦਾਂ ਇਹਨੇ ਸੁਸਾਈਡ ਕਰਨ ਦੀ ਕੋਸ਼ਿਸ਼ ਕੀਤੀ, ਔਰ ਡਾਕਟਰ ਕੀ ਕਰ ਰਹੇ ਸੀਗੇ, ਇੱਕ ਹਸਪੀਟਲ ਕਹਿ ਰਿਹਾ ਸੀ ਕਿ ਨਹੀਂ ਅੱਗੇ ਲੈ ਜਾਓ, ਦੂਸਰਾ ਮੈਂ ਪਾਸਟਰ ਮਾਹੀ ਨੂੰ ਭੇਜਿਆ, ਮੈਂ ਕਿਹਾ ਜਾਓ ਜਾ ਕੇ ਦੇਖੋ, ਚੈੱਕ ਕਰੋ ਕੀ ਗੱਲ ਆ ਇਦਾਂ ਦੀ, ਕਿਉਂਕਿ ਮੈਨੂੰ ਕੁਝ ਦੇਖ ਹੀ ਨਹੀਂ ਰਿਹਾ ਸੀਗਾ ਇਦਾਂ ਦਾ। ਮੈਂ ਪ੍ਰੇਅਰ ਲਾਈਨ ਤੋਂ ਮੈਨੂੰ ਮੈਸੇਜ ਆਇਆ, ਪ੍ਰੇਅਰ ਲਾਈਨ ਵਾਲਿਆਂ ਨੇ ਕਿਹਾ ਕਿ ਪਾਸਟਰ ਜਿਹੜੇ ਕਪੂਰਥਲੇ ਵਾਲੇ ਆ ਉਹਨਾਂ ਦਾ ਬੇਟਾ ਸੀਰੀਅਸ ਆ, ਕਿਉਂਕਿ ਇੱਕ ਹਸਪੀਟਲ ਨੇ ਜਵਾਬ ਦੇ ਦਿੱਤਾ ਦੂਸਰੇ ਨੇ, ਔਰ ਜਦੋਂ ਦੂਸਰੇ ਦੇ ਇਦਾਂ ਹੋਇਆ ਮੈਂ ਪਾਸਟਰ ਮਾਹੀ ਨੂੰ ਭੇਜਿਆ, ਔਰ ਇਹਨਾਂ ਨੇ ਜਾ ਕੇ ਦੇਖਿਆ, ਔਰ ਮੈਂ ਇਹਨਾਂ ਨੂੰ ਕੀ ਕਹਿ ਰਿਹਾ ਆਪਣੇ ਪ੍ਰੇਅਰ ਲਾਈਨ ਨੂੰ, ਮੈਂ ਉਹਨਾਂ ਨੂੰ ਵੌਇਸ ਮੈਸੇਜ ਭੇਜਿਆ, ਮੈਂ ਕਿਹਾ ਮੈਨੂੰ ਬਿਲਕੁਲ ਨਾਰਮਲ ਦਿਖ ਰਿਹਾ ਵਾਂ, ਔਰ ਜਦ ਕਿ ਸਿਚੁਏਸ਼ਨ ਕੀ ਸੀ, ਦੂਸਰਾ ਹਸਪੀਟਲ ਵੀ ਉਹਨੂੰ ਜਵਾਬ ਦੇ ਰਿਹਾ ਸੀ, ਪਾਸਟਰ ਮਾਹੀ ਉੱਥੇ ਸੀ। ਮੈਂ ਪਾਸਟਰ ਮਾਹੀ ਨਾਲ ਗੱਲ ਕੀਤੀ, ਮੈਂ ਕਿਹਾ ਕੀ ਕਹਿੰਦੇ ਪਏ, ਉਹ ਕਹਿੰਦੇ ਜੀ ਉਹ ਕਹਿੰਦੇ ਕਿ ਨਹੀਂ ਸਾਡੇ ਕੋਲੋਂ ਹੋਣਾ ਨੀਗਾ, ਪਤਾ ਨਹੀਂ ਕੀ ਇਦਾਂ ਹੀ ਕੁਝ ਕਹਿ ਰਹੇ ਸੀਗੇ ਉਹ। ਤੇ ਮੈਂ ਇਹਨੂੰ ਕਿਹਾ ਕਿ ਕੁਝ ਨਹੀਂਗਾ, ਮੈਨੂੰ ਮੈਂ ਪ੍ਰੇਅਰ ਕੀਤੀ ਆ, ਮੈਨੂੰ ਇਹ ਬਿਲਕੁਲ ਠੀਕ ਦਿਖ ਰਿਹਾ ਨਾਰਮਲ, ਔਰ ਹਸਪੀਟਲ ਜਵਾਬ ਦੇ ਰਹੇ ਸੀ। ਫਿਰ ਇਹ ਤੀਸਰੇ ਕੋ ਗਏ, ਔਰ ਜਦੋਂ ਤੀਸਰੇ ਹਸਪੀਟਲ ਗਏ ਮੈਂ ਆਪਣੇ ਪ੍ਰੇਅਰ ਲਾਈਨ ਤੇ ਮੈਸੇਜ ਪਾਇਆ ਕਿ ਉਹਨਾਂ ਨੂੰ ਕਾਲ ਕਰੋ, ਉਹਨਾਂ ਨੂੰ ਦੱਸੋ ਕਿ ਕਿਤੇ ਵੀ ਜਾ ਕੇ ਤੈਨੂੰ ਭੱਜ ਦੌੜ ਕਰਨ ਦੀ ਲੋੜ ਨਹੀਂ, ਰੋਣ ਦੀ, ਇਹਨੂੰ ਕੁਝ ਨਹੀਂ ਹੋਣਾ, ਕਿਉਂਕਿ ਪਰਮੇਸ਼ਵਰ ਦੇ ਮਿਸ਼ਨ ਲਈ ਜਿਹੜੇ ਲੋਕ ਚੁਣੇ ਜਾਂਦੇ ਆ, ਪਰਮੇਸ਼ਵਰ ਉਹਨਾਂ ਦਾ ਸਦਾ ਧਿਆਨ ਰੱਖਦਾ ਵਾ। ਔਰ ਹੋਇਆ ਕਿ ਇਹ ਉਸ ਜਦੋਂ ਹਸਪੀਟਲ 'ਚ ਗਏ, ਇਹਨਾਂ ਦੇ ਲਈ ਇਹ ਸੀਗਾ ਕਿ ਹੁਣ ਸਿਚੁਏਸ਼ਨ ਇਹ ਆ ਕਿ ਡਾਕਟਰ ਤੇ ਇਹ ਕਹਿੰਦਾ ਪਿਆ ਕਿ ਵੈਂਟੀਲੇਟਰ ਹੀ ਸਾਹ ਲੈ ਰਿਹਾ ਵਾ ਬਸ, ਪਰ ਜਦੋਂ ਤੁਸੀਂ ਮਿਸ਼ਨ ਦੇ ਵਿੱਚ ਖੜੇ ਰਹੋਗੇ, ਇਹਨਾਂ ਦੇ ਮਦਰ ਫਾਦਰ ਉਹ ਮਿਸ਼ਨ ਦੇ ਵਿੱਚ ਬਿਲਕੁਲ ਬਿਨਾਂ ਕੰਪਲੇਂਟ ਤੋਂ ਸੇਵਾ ਕਰ ਰਹੇ ਆ। ਤੁਹਾਨੂੰ ਪਤਾ ਹਰ ਵੀਰਵਾਰ ਹਰ ਸੰਡੇ ਇਹਨਾਂ ਦੀ ਸੇਵਾ ਲੱਗੀ ਹੋਈ ਆ। ਮਿਸ਼ਨ ਦਾ ਹਿੱਸਾ ਬਣ ਕੇ ਜਦੋਂ ਤੁਸੀਂ ਚੱਲਦੇ ਆ, ਫਿਰ ਤੁਹਾਨੂੰ ਸਹੀ ਰਿਅਲਾਈਜ਼ ਹੁੰਦਾ ਵਾ, ਸਹੀ ਉਸ ਟਾਈਮ ਤੇ ਤੁਹਾਨੂੰ ਮਹਿਸੂਸ ਹੁੰਦਾ ਕਿ ਆਤਮਾ ਦਾ ਪ੍ਰਕਾਸ਼ ਅਗਰ ਤੁਸੀਂ ਸਹੀ ਬਣੇ ਰਹੇ, ਤੁਸੀਂ ਸਹੀ ਹਿੱਸੇ 'ਚ ਪਕੜ ਕਰਕੇ ਬਣੇ ਰਹੇ, ਖੜੇ ਰਹੇ, ਤੇ ਫਿਰ ਉਹਨੇ ਤੁਹਾਡੀ ਜੰਗ ਆਪੇ ਹੀ ਜਿੱਤ ਕੇ ਵਾਪਸ ਲੈ ਆਉਣੀ ਆ। ਪਰ ਜੇ ਤੁਸੀਂ ਹਿੱਲੇ ਤੇ ਫਿਰ ਇਦਾਂ ਦੀ ਸਿਚੁਏਸ਼ਨ 'ਚ ਕੀ ਸੀਗਾ, ਫਿਰ ਅਗਲੇ ਹਸਪੀਟਲ ਨੇ ਵੀ ਜਵਾਬ, ਕਿਉਂਕਿ ਜਵਾਬ ਹਸਪੀਟਲ ਨਹੀਂ ਦਿੰਦੇ ਹੁੰਦੇ, ਜਵਾਬ ਤੇ ਉੱਪਰੋਂ ਹੀ ਆਉਂਦਾ ਵਾ, ਹਾਂ ਜਾਂ ਨਾ ਦਾ। ਬਸ ਅਗਰ ਉੱਪਰੋਂ ਹਾਂ ਦਾ ਜਵਾਬ ਆ ਚੁੱਕਾ ਤੇ ਤੁਹਾਨੂੰ ਕੋਈ ਨਾ ਨਹੀਂ ਕਰ ਸਕਦਾ, ਫਿਰ ਕੁਝ ਵੀ ਹੋ ਜਾਏ। ਜਦੋਂ ਇਹ ਮੇਰੇ ਕੋਲ ਘਰ ਲੈ ਕੇ ਆਏ, ਇਹਨੂੰ ਕੁਝ ਵੀ ਯਾਦ ਨਹੀਂ ਸੀਗਾ, ਇਹ ਕਹਿੰਦੇ ਉਹਨੂੰ ਯਾਦ ਨਹੀਂਗਾ, ਪਾਗਲਾਂ ਦੀ ਤਰ੍ਹਾਂ ਕਰਦਾ, ਸਾਹ ਆਉਣ ਤੋਂ ਬਾਵਜੂਦ ਵੀ ਇਹਦੇ ਨਿਸ਼ਾਨ ਵੀ ਹੈਗਾ ਗਲੇ ਦੇ ਉੱਤੇ। ਕਿਉਂਕਿ ਆਕਸੀਜਨ ਜਦੋਂ ਰੁਕ ਜਾਂਦੀ ਹੈ ਤੇ ਫਿਰ ਬ੍ਰੇਨ ਉਸ ਤਰੀਕੇ ਨਾਲ ਕੰਮ ਨਹੀਂ ਕਰਦਾ। ਪਰ ਮੈਂ ਕੀ ਕਹਿਣਾ ਕਿ ਪਿੱਛੇ ਨੂੰ ਜਾਓ, ਉਹ ਉੱਥੇ ਦੇਖੋ ਕਿੱਥੋਂ ਖਰਾਬੀ ਹੋਈ। ਮੈਂ ਜਦੋਂ ਇਹ ਮੇਰੇ ਕੋਲ ਆਇਆ, ਮੈਂ ਇਹਦੇ ਕੋਲੋਂ ਮੂੰਹ ਤੋਂ ਅੰਗੀਕਾਰ ਕਰਵਾਇਆ, ਮੈਂ ਇਹਨੂੰ ਕਿਹਾ ਕਿ ਪਰਮੇਸ਼ਵਰ ਦਾ ਮਿਸ਼ਨ ਪੂਰਾ ਕਰੂੰਗਾ। ਜਿੱਦਾਂ ਹੀ ਇਹਦੇ ਕੰਨ 'ਚ ਇਹ ਗੱਲ ਪਈ, ਇਹਦੀ ਸਾਰਾ ਕੁਝ ਯਾਦਾਸ਼, ਸਾਰਾ ਕੁਝ ਉਸੇ ਵੇਲੇ ਇੱਕ ਇਹਨੂੰ ਉਲਟੀ ਆਈ, ਔਰ ਇਹ ਨਾਰਮਲ ਹੋ ਕੇ ਰੋਣ ਲੱਗ ਪਿਆ ਮੇਰੇ ਕਦਮਾਂ ਦੇ ਵਿੱਚ ਪੈ ਕੇ। ਕਿਉਂ? ਇਹਨੂੰ ਸਾਰਾ ਕੁਝ ਯਾਦ ਆ ਗਿਆ ਕਿ ਇਦਾਂ
ਖੜੇ ਰਹੋਗੇ, ਮੌਤ ਤੁਹਾਡੇ ਘਰ ਦੇ ਉੱਤੇ ਕਦੀ ਨਹੀਂ ਛੂਗੀ ਤੁਹਾਨੂੰ ਯੀਸ਼ੂ ਦੇ ਨਾਮ। ਆਮੇਨ। ਕਦੀ ਵੀ ਨਹੀਂ। ਜਦੋਂ ਇਹ ਜਾ ਰਹੇ ਸੀਗੇ ਡਾਕਟਰਾਂ ਦੇ ਕੋਲ, ਹਸਪੀਟਲ ਬਦਲ ਰਹੇ ਸੀਗੇ, ਉਦੋਂ ਮੇਰੀ ਡਾਕਟਰ ਸਾਹਿਬ ਨਾਲ ਵੀ ਗੱਲ ਹੋਈ। ਮੈਂ ਕਿਹਾ ਇਹਨੂੰ ਕੇਸ ਨੂੰ ਦੇਖੋ, ਕੀ ਗੱਲ ਆ, ਇਹ ਹਸਪੀਟਲ ਬਦਲੀ ਜਾ ਰਹੇ ਆ। ਔਰ ਇਹਨਾਂ ਨੇ ਵੀ ਦੇਖਿਆ ਕੀ ਸੀਗਾ ਉਦੋਂ। ਸੰਤ ਜੀ ਇਹ ਬੜਾ ਹੀ ਗੱਲ 'ਚ ਤੇ ਛੇਤੀ ਨਾਲ ਦੱਸਤਾ ਕਿ ਪੇਸ਼ੈਂਟ ਨੂੰ ਜਵਾਬ ਦੇਤਾ। ਹਾਂ, ਲੇਕਿਨ ਇੰਨਾ ਟਾਈਮ ਜਵਾਬ ਦੇਣ ਤੋਂ ਬਾਅਦ 'ਚ ਵੀ ਬੰਦਾ ਫੇਰ ਅੱਜ ਇੱਥੇ ਖੜਾ ਹੈ। ਇਹੀ ਸਭ ਤੋਂ ਵੱਡੀ ਇੰਪੋਸੀਬਲ ਹੈ, ਜਿਹੜਾ ਕਿ ਪੋਸੀਬਲ ਹੋਇਆ ਜਦੋਂ ਬ੍ਰੇਨ ਨੂੰ ਹਾਲੇਲੂਇਆ। ਜਦੋਂ ਬ੍ਰੇਨ ਨੂੰ ਆਕਸੀਜਨ ਬੰਦ ਹੁੰਦੀ ਆ, ਘੜੀ ਦੇ ਟਾਈਮ ਨਾਲ ਸਿਰਫ 2 ਮਿੰਟ ਹੁੰਦੇ ਆ। ਅਗਰ ਉਹਦਾ ਹਾਰਟ ਚੱਲ ਪਏ ਤਾਂ ਉਹਨੂੰ ਆਕਸੀਜਨ ਪ੍ਰੋਡਿਊਸ ਕਰਦੇ ਤਾਂ ਬਚਦਾ, ਨਹੀਂ ਤਾਂ ਨਹੀਂ ਬਚਦਾ। ਲੇਕਿਨ ਇਹ ਪੌਣਾ ਘੰਟਾ ਜਦੋਂ ਇਹ ਸੈਕਰਡ ਹਾਰਟ 'ਚ ਸੀ, ਮੈਂ ਉਹ ਤੁਹਾਨੂੰ ਕਿਹਾ ਸੰਤ ਜੀ ਉਹਦੇ ਹੋਰ ਕਿਸੇ ਪਾਰਟ ਵਾਸਤੇ ਪ੍ਰੇਅਰ ਨਾ ਕਰੋ, ਉਹਦੇ ਬ੍ਰੇਨ ਵਾਸਤੇ ਪ੍ਰੇਅਰ ਕਰੋ ਕਿ ਉਹਦੇ ਹਾਰਟ ਥੋੜੀ ਸੀ ਵੀ ਮੂਵਮੈਂਟ ਕਰਕੇ ਉਹਦੇ ਬ੍ਰੇਨ ਨੂੰ ਆਕਸੀਜਨ ਦੇ ਦੇ। ਔਰ ਉਸ ਤੋਂ ਬਾਅਦ 'ਚ ਜਿੱਦਾਂ ਹੀ ਤੁਸੀਂ ਪ੍ਰੇਅਰ ਕੀਤੀ, ਇਹ ਕਨਵੈਂਟ ਸਕੂਲ ਆਪਣੇ ਹਸਪੀਟਲ ਤੋਂ ਅਰਮਾਨ 'ਚ ਲੈ ਕੇ ਆਏ, ਉਦੋਂ ਇਹਦੀ ਹਾਰਟ ਬੀਟ ਚੱਲ ਰਹੀ ਸੀ। ਉਹਨਾਂ ਨੇ ਸਿੱਧੇ ਨਾਲ ਇਹਨੂੰ ਐਡਮਿਟ ਕਰ ਲਿਆ, ਜਦੋਂ ਕਿ ਪਹਿਲਾਂ ਇਹਦੀ ਨਹੀਂ ਸੀ ਚੱਲ ਰਹੀ। ਕਿਉਂਕਿ ਇਹਦੇ ਗਲੇ 'ਚ ਇਨਸਾਨ ਸੀ, ਸੁਸਾਈਡ ਦਾ ਕੇਸ ਬਣ ਚੁੱਕਾ ਸੀ। ਔਰ ਉਹ ਇਸ ਕਰਕੇ ਇਹਨੂੰ ਬਿਲਕੁਲ ਨਹੀਂ ਸੀ ਲੈਣਾ ਚਾਹੁੰਦੇ, ਕਿਉਂਕਿ ਇਹਦਾ ਹਾਰਟ ਚੱਲ ਨਹੀਂ ਸੀ ਰਿਹਾ, ਤਾਂ ਉਹ ਕੋਈ ਵੀ ਇਸਦਾ ਦੇ ਮੈਟਰ 'ਚ ਨਹੀਂ ਸੀ ਬੈਠਾ। ਅੱਛਾ, ਉਹ ਹਸਪੀਟਲ ਜਦੋਂ ਜਾਂਦੇ ਸੀਗੇ ਉਹ ਹਾਰਟ ਦੇਖ ਰਹੇ ਸੀਗੇ ਜੀ ਕਿ ਨਹੀਂ ਚੱਲ ਰਿਹਾ, ਆਕਸੀਜਨ ਉੱਪਰ ਨੂੰ ਜਾ ਹੀ ਨਹੀਂ ਰਹੀ। ਜਦੋਂ ਹਾਰਟ ਨਹੀਂ ਚੱਲ ਰਿਹਾ, ਉਹਦਾ ਬ੍ਰੇਨ ਤਾਂ ਡੈਡ ਹੋ ਚੁੱਕਾ ਹੈ। ਤੇ ਉਹਨਾਂ ਨੂੰ ਇਹ ਕੇਸ ਜਿਹੜਾ ਸਾਡੇ ਹਸਪੀਟਲ 'ਚ ਪੈ ਜਾਊਗਾ। ਅੱਛਾ, ਹਾਂਜੀ। ਲੇਕਿਨ ਮੈਂ ਹੈਰਾਨ ਸੀ ਕਿ ਜਦੋਂ ਕਨਵੈਂਟ ਸਕੂਲ 'ਚ ਇਹਨਾਂ ਨੇ ਹਸਪੀਟਲ 'ਚ ਲੈ ਕੇ ਗਏ, ਉਹਨਾਂ ਨੇ ਐਂਬੂਲੈਂਸ ਤੋਂ ਵਾਪਸ ਭੇਜਤਾ। ਨਾਲ ਫਾਟੀ ਮੈਂ ਤੁਹਾਨੂੰ ਫੋਨ ਕੀਤਾ, ਉਹ ਜੈਸਮੀਨ ਲੜਕੀ ਨੂੰ ਫੋਨ ਕੀਤਾ ਕਿ ਸੰਤ ਜੀ ਨੂੰ ਜਲਦੀ ਕਹੋ ਕੋਰੇ ਬ੍ਰੇਨ ਵਾਸਤੇ ਪ੍ਰੇਅਰ ਕਰੋ। ਅਗਰ ਉਹਨਾਂ ਨੇ ਵੀ ਜਵਾਬ ਦੇ ਦਿੱਤਾ ਤਾਂ ਹੁਣ ਇਹਨਾਂ ਕੋਲ ਕੋਈ ਚਾਰਾ ਨਹੀਂ ਹੈ। ਹਾਂ, ਲੇਕਿਨ ਤੁਹਾਡੇ ਸ਼ਬਦ ਉਹ ਪਰਮੇਸ਼ਵਰ ਦਾ ਅਨੁਗ੍ਰਹਿ, ਔਰ ਤੁਸੀਂ ਦੂਜੇ ਦਿਨ ਮੈਨੂੰ ਕਿਹਾ ਕਿ ਉਹ ਇਦਾਂ ਕਹਿ ਰਿਹਾ ਹੈ, ਉਹਨਾਂ ਨੂੰ ਕੋਈ ਛੁੱਟੀ ਲੈਣ। ਮੈਂ ਕਿਹਾ ਜੀ ਮੈਂ ਇਹਨਾਂ ਨੂੰ ਕਹਿ ਦਿੱਤਾ, ਲੇਕਿਨ ਇਹਨਾਂ ਦੇ ਵਿੱਚ ਫੇਰ ਕਮੀ ਆ ਰਹੀ ਸੀ। ਹਾਰ ਕੇ ਐਤਵਾਰ ਜਦੋਂ ਤੁਸੀਂ ਫੇਰ ਮੈਨੂੰ ਇੱਥੇ ਕਿਹਾ ਕਿ ਉਹਨਾਂ ਨੂੰ ਕਹੋ, ਫੇਰ ਮੈਂ ਬ੍ਰਦਰ ਨੂੰ ਕਿਹਾ, ਇਹ ਲੜ ਕੇ ਲੈ ਕੇ ਆਏ ਹਸਪੀਟਲ ਤੋਂ। ਮੈਂ ਕਿਹਾ ਜਾ ਕੇ ਉਹਦਾ ਗਲਾ ਫੜ ਲੈ ਡਾਕਟਰ ਦਾ, ਅੱਛਾ, ਨਹੀਂ ਤੇ ਉਹਨਾਂ ਚਿਰ ਮੈਂ ਕਿਹਾ ਬੁੱਧਵਾਰ ਤੱਕ ਉਹਨੇ ਨਹੀਂ ਛੱਡਣਾ। ਹਾਂ, ਔਰ ਜਦ ਇਹ ਲੜੇ ਤਾਂ ਉਥੋਂ ਲੈ ਕੇ ਆਏ, ਅੱਜ ਇਹ ਬਿਲਕੁਲ ਠੀਕ ਹੈ। ਜੀਸਸ, ਹਾਲੇਲੂਇਆ। ਮਹਾਅਭਿਸ਼ੇਕ ਖੁਦਾਵੰਦੀ ਦਾ ਵੱਡੇ ਵੱਡੇ ਕੰਮ ਕਰੀਦਾ ਏ। ਮਹਾਅਭਿਸ਼ੇਕ ਖੁਦਾਵੰਦੀ ਦਾ ਵੱਡੇ ਵੱਡੇ ਕੰਮ ਕਰੀਦਾ ਏ। ਵੱਡੇ ਵੱਡੇ ਕੰਮ ਕਰੀਦਾ। ਮੈਂ ਇਹਨਾਂ ਨੂੰ ਕਿਹਾ ਸੀ ਕਿ ਜਦੋਂ ਡਾਕਟਰ ਇਹਨੂੰ ਹੱਥ ਨਹੀਂ ਸੀ ਪਾ ਰਹੇ, ਉਦੋਂ ਤੁਸੀਂ ਉਹਨਾਂ ਦੀ ਗੱਲ ਮੰਨ ਰਹੇ ਸੀ ਸੰਤ ਜੀ ਦੀ। ਹੁਣ ਤੁਸੀਂ ਕਹਿ ਰਹੇ ਹੋ ਕਿ ਇਹ ਖੜਾ ਨਹੀਂ ਹੁੰਦਾ ਜੀ, ਡਿੱਗ ਪੈਂਦਾ ਜੀ, ਤੁਲਦਾ ਨਹੀਂ ਜੀ, ਇਹ ਹੁੰਦਾ ਜੀ। ਮੈਂ ਕਿਹਾ ਜਦੋਂ ਉਹਨਾਂ ਨੇ ਤੁਹਾਨੂੰ ਕਹਿਤਾ ਕਿ ਉਦੋਂ ਤੁਹਾਨੂੰ ਉਹਨਾਂ ਨੇ ਨਹੀਂ ਕਿਹਾ ਕਿ ਘਰੇ ਲੈ ਜਾਓ, ਉਦੋਂ ਤਾਂ ਨਹੀਂ ਉਹਨਾਂ ਨੇ ਕਿਹਾ, ਕਹਿੰਦੇ ਨਹੀਂ। ਤੇ ਮੈਂ ਕਿਹਾ ਅੱਜ ਉਹ ਕਹਿ ਰਹੇ ਆ ਨਾ, ਫਿਰ ਲੈ ਉਹ ਜ਼ਿੰਮੇਵਾਰੀ ਖੁਦਾ ਦੀ ਤੇ ਉਹਨਾਂ ਦੀ ਹੈ। ਖੁਦਾ ਨੂੰ ਉਹ ਕਹਿਣਗੇ ਜੋ ਕਰਨਾ ਹੈ। ਸੋ ਬ੍ਰਦਰ ਨੂੰ ਇਹੀ ਗੱਲ ਕਹੀ ਲੰਗਰ ਹਾਲ 'ਚ, ਇਹੀ ਗੱਲ ਕਹੀ ਸੀ ਕਿ ਜ਼ਿੰਮੇਵਾਰੀ ਸੰਤ ਜੀ ਦੀ ਹੈ, ਪਰਮੇਸ਼ਵਰ ਦੀ ਹੈ। ਤੁਸੀਂ ਕਿਹਾ ਸੀ ਛੁੱਟੀ ਰੱਖ ਲਿਆ ਉਹਨੂੰ। ਹਾਂ, ਡਾਕਟਰ ਕਹਿੰਦਾ ਸੀ ਹਜੇ ਨਾਰਮਲ, ਹਜੇ ਸੀਰੀਅਸ, ਬਹੁਤ ਸੀਰੀਅਸ ਆ। ਹਾਂ, ਇਹਦੀ ਹਾਰਟ ਬੀਟ ਹਜੇ 30% ਚੱਲਦੀ ਹੈਗੀ ਆ ਜੀ। ਹਾਂ, ਤੇ ਫਿਰ ਬਾਅਦ ਚ ਅਸੀਂ ਕਿਹਾ ਨਹੀਂ ਕੋਈ ਗੱਲ ਨਹੀਂ, ਸਾਨੂੰ ਛੁੱਟੀ ਦਿਓ, ਤੇ ਸਾਡੀ ਜ਼ਿੰਮੇਵਾਰੀ ਹੈਗੀ, ਅਸੀਂ ਆਪੇ ਜਿੱਦਾਂ ਹੋਊਗਾ ਸਾਡੇ ਅਸੀਂ ਤੁਹਾਨੂੰ ਲਿਖ ਕੇ ਦੇ ਦਿੰਦੇ ਹੈਗੇ ਆ। ਹਾਂ, ਹਾਂਜੀ। ਫਿਰ ਛੁੱਟੀ ਦੇਤੀ ਉਹਨੇ ਜੀ। ਅੱਛਾ, ਹਾਂਜੀ ਹਾਂਜੀ। ਛੁੱਟੀ ਨਹੀਂ ਦਿੱਤੀ ਹਸਪੀਟਲ ਨੇ, ਆਪਣਾ ਰਿਕਾਰਡ ਕੋਈ ਨਹੀਂ ਦਿੱਤਾ ਛੁੱਟੀ ਦਾ ਕਿ ਮੁੰਡਾ ਠੀਕ ਹੈ, ਅਸੀਂ ਡਿਸਚਾਰਜ ਦੇ ਰਹੇ, ਡਿਸਚਾਰਜ ਸਮਰੀ ਨਹੀਂ ਹੈ। ਅੱਛਾ, 5 ਦਿਨ ਹਸਪੀਟਲ 'ਚ ਰਹਿ ਕੇ ਲਾਮਾ ਆਏ, ਧੱਕੇ ਨਾ ਆਏ ਆ ਘਰੋਂ। ਅੱਛਾ, ਹਸਪੀਟਲ ਨੂੰ ਛੱਡ ਕੇ ਕਿ ਜੇ ਲੈਣੇ ਪੈਸੇ ਲੈ ਲੈ, ਨਹੀਂ ਤਾਂ ਆਪਾਂ ਚੱਲੇ ਆ। ਉਸ ਤਰੀਕੇ ਨਾਲ ਆਏ ਆ। ਫਿਰ ਉਹਨਾਂ ਨੇ ਭੇਜਿਆ ਕਿ ਜਾਓ, ਕਿ ਆਪਣੀ ਜ਼ਿੰਮੇਵਾਰੀ ਤੇ ਕਿ ਜਦੋਂ ਤੁਹਾਨੂੰ ਤੁਸੀਂ ਐਤਵਾਰ ਫਿਰ ਮੈਨੂੰ ਇੱਥੇ ਕਹਿ ਕੇ ਉਹਨਾਂ ਨੂੰ ਕਹੋ ਕਿ ਲੈ ਆਵੋ, ਮੁੰਡੇ ਨੂੰ ਕਿਉਂ ਰੱਖਿਆ ਉੱਥੇ, ਉਹਨੂੰ ਕੁਛ ਨਹੀਂ ਆ। ਤੇ ਉਦੋਂ ਹੀ ਇਹਨਾਂ ਨੇ ਫਿਰ ਜਾ ਕੇ ਉਹਨਾਂ ਨੂੰ ਕਿਹਾ ਕਿ ਐਤਵਾਰ ਸੁਣੋ, ਲੈ ਕੇ ਜਾਣਾ। ਜਦੋਂ ਇਹਨੇ ਇਦਾਂ ਕੀਤਾ ਨਾ, ਇਹ ਲੈ ਕੇ ਚੱਲੇ ਆ, ਇਹਨਾਂ ਨੇ ਮੈਨੂੰ ਫੋਨ ਕੀਤਾ ਔਰ ਮੈਂ ਪ੍ਰੇਅਰ ਕੀਤੀ।
ਮੈਂ ਪ੍ਰੇਅਰ ਲਾਈਨ ਦੇ ਵਿੱਚ ਦੱਸ ਰਿਹਾ ਉਹਨਾਂ ਨੂੰ, ਵੌਇਸ ਮੈਸੇਜ ਵੀ ਮੇਰੇ ਉਹਨਾਂ ਦੇ ਕੋਲ ਪਏ ਆ ਪ੍ਰੇਅਰ ਲਾਈਨ 'ਚ। ਮੈਂ ਉਹਨਾਂ ਨੂੰ ਕਿਹਾ ਕਿ ਉਹਨਾਂ ਨੂੰ ਦੱਸੋ ਕਿ ਇਹਨੂੰ ਕੁਝ ਨਹੀਂ ਹੋਇਆ, ਇਹ ਬਿਲਕੁਲ ਠੀਕ ਆ। ਇਹ ਉਸ ਟਾਈਮ ਹਸਪੀਟਲ ਬਦਲ ਰਹੇ ਸੀਗੇ, ਇੱਕ ਹਸਪੀਟਲ ਬਦਲਿਆ, 2 ਬਦਲੇ, ਔਰ ਮੈਨੂੰ ਪ੍ਰੇਅਰ ਲਾਈਨ ਵਾਲਿਆਂ ਦਾ ਮੈਸੇਜ ਆ ਰਿਹਾ ਸੀ, ਪਰ ਮੈਨੂੰ ਕੀ ਦਿਖ ਰਿਹਾ ਸੀ? ਆਤਮਾ ਦਾ ਪ੍ਰਕਾਸ਼ ਇਹਨੂੰ ਇੱਥੇ ਖੜੇ ਨੂੰ ਮੈਨੂੰ ਦਿਖਾ ਰਿਹਾ ਸੀਗਾ। ਮੈਨੂੰ ਨਹੀਂ ਦਿਖ ਰਿਹਾ ਸੀ ਕਿ ਹਸਪੀਟਲ ਇਹਨਾਂ ਨੂੰ ਜਵਾਬ ਦੇ ਰਿਹਾ ਕਿ ਨਹੀਂ ਹੁਣ ਇਹਨੇ ਬਚਣਾ ਨਹੀਂ, ਹੋ ਹੁਣ ਇਹਦਾ ਦਿਲ ਨਹੀਂ ਚੱਲ ਰਿਹਾ। ਮੈਨੂੰ ਪਤਾ ਸੀ ਦਿਲ ਚੱਲੇ ਨਾ ਚੱਲੇ, ਜਦੋਂ ਆਤਮਾ ਦਾ ਪ੍ਰਕਾਸ਼, ਪਵਿੱਤਰ ਆਤਮਾ ਤੁਹਾਡੇ ਵਿੱਚੋਂ ਦੀ ਹੋ ਕੇ ਚਲਾਉਂਦਾ ਵਾ, ਤੇ ਫਿਰ ਸਾਰਾ ਕੁਝ ਚੱਲਦਾ। ਜੋ ਨਹੀਂ ਵੀ ਚੱਲਦਾ ਉਹ ਵੀ ਚਲਾਉਂਦਾ। ਫਿਰ ਉਹ ਤੁਹਾਡੇ ਮਨ 'ਚ ਕੀ ਆ ਰਿਹਾ ਸੀ ਬੇਟਾ ਉਦੋਂ ਜਦੋਂ ਐਦਾਂ ਸੀਗਾ? ਉਹਨਾਂ ਨੂੰ ਦਿਓ ਫੋਨ। ਪਾਪਾ ਜੀ ਸਾਡੇ ਮਨ 'ਚ ਕੀ ਹੋਣਾ ਸੀ, ਸਾਡਾ ਜਵਾਨ ਪੁੱਤ ਸਾਡੇ ਹੱਥਾਂ ਦੇ ਵਿੱਚ ਦੀ ਜਾ ਰਿਹਾ ਸੀਗਾ, ਔਰ ਮੈਂ ਤਾਂ ਤੁਹਾਡੇ ਅੱਗੇ ਦੁਹਾਈ ਦੇ ਰਹੀ ਸੀਗੀ। ਮੈਂ ਕਹਿ ਰਹੀ ਸੀ ਪਾਪਾ ਜੀ ਮੇਰੇ ਬੇਟੇ ਨੂੰ ਬਚਾ ਲਓ। ਤੁਸੀਂ ਮੈਨੂੰ ਇੱਕੋ ਹੀ ਸ਼ਬਦ ਦਿੱਤਾ ਸੀ, ਜਿਹੜੀ ਪ੍ਰੋਬਲਮ ਆ, ਜਿਹੜੀ ਵੀ ਮੁਸ਼ਕਲ ਆ, ਉਹ ਪਹਿਲਾਂ ਮੇਰੇ ਕੋਲ ਆਊਗੀ, ਬਾਅਦ 'ਚ ਤੁਹਾਡੇ ਕੋਲ ਆਊਗੀ। ਮੈਂ ਮੋਹਰੇ ਖੜਾ ਆ ਤੁਹਾਡੇ, ਔਰ ਮੈਂ ਇਹੀ ਸ਼ਬਦ ਨੂੰ ਲੈ ਕੇ ਘੁੱਟਨੇ ਲਾਏ, ਔਰ ਇਹਨੂੰ ਜਾ ਕੇ ਕੰਨ ਦੇ ਵਿੱਚ ਇਹ ਮੈਂ ਗੱਲ ਕਹੀ ਪਾਪਾ ਜੀ। ਸੱਚਮੁੱਚ ਪਾਪਾ ਜੀ ਤੁਸੀਂ ਸਾਡੀ ਮੁਸੀਬਤ ਨੂੰ ਆਪਣੇ ਮੋਹਰੇ ਰੱਖਿਆ, ਔਰ ਸਾਡੇ ਤੱਕ ਉਹ ਪਹੁੰਚਣ ਨਹੀਂ ਦਿੱਤੀ ਹੈਗੀ। मैं ਤੁਹਾਡਾ और बहुत बहुत दिल तो धन्यवाद करती हूं इस गल। परमेश्वर कदी भी नहीं। सुनो, अगर आप अपनी जगह पे सही जगह पे खड़े हो गए ना, तो पहली बात सुनो, सिचुएशन ऐसी आनी नहीं है। आपसे ऐसा कुछ अगर हो गया कि आप अपनी पोजीशन से हिल गए और पाखरू से हिल गए, जो पाखरू की लिजिबिलिटी है, जो पाखरू की इच्छा है, अगर आप उसको सही से ना समझ पाए, भला आप याजक हो, भला आप संत हो, भला आप कुछ भी हो, तो फिर वो सिचुएशनें हिलती हैं। और आज पता कौन सा मौका, दोनों गवाहियां जो करवाई है, क्यों करवाई है? ताकि आप अपने हाथों को उठा के इस बात को बोल सकें कि अगर हम हिल चुके हैं परमेश्वर, तो आज वापस जाते हैं हम वहां पे जहां तू हमें चाहता है। जहां कहां पे? परमेश्वर के पास। अपने अपने अपशब्दों को कन्फेस करना, अपने अपशब्दों को परमेश्वर के आगे रखना और बोलना कि परमेश्वर मैं तेरे आगे आता हूं और वैसा बनता हूं जैसे तुझे चाहिए मेरे जीवन में। मेरी बातें वैसे कर दे परमेश्वर जैसी तुझे चाहिए, मेरे हालात वैसे कर दे परमेश्वर जैसे तुझे चाहिए। और जो सिचुएशन तुम्हारी खराब है आज, अगर आप देखना उसी पल पता क्या होगा? वो सिचुएशनें नॉर्मल अपनी जगह पे आ जाएंगी, जहां होनी चाहिए वहां हो जाएंगी अपने आप। अगर आज आपकी सिचुएशनें इधर उधर चल रही हैं, तो उठाओ हाथों को, बोलो परमेश्वर को, और फिर उसके बाद क्या करना है? आप चेक करोगे, तुम्हारी सिचुएशनें नॉर्मल कर देगा वो। आमीन। ये गवाही क्या है कि एक जगह से जवाब क्यों देता है भाई डॉक्टर? क्या उनको पैसे नहीं अच्छे लगते, या उनको इलाज नहीं करना आता? उनको सब कुछ ठीक लगता है, लेकिन उनको दिख रहा था, जो डॉक्टर साहब ने बात बताई है कि दिल ही नहीं काम कर रहा, तो इलाज क्या करेंगे वो? और बोला एक एम्बुलेंस से ही उन्होंने बाहर से भेज दिया। क्यों? क्योंकि परमेश्वर जब आपको एक मिशन देता है, तो उसको वो पूरा करने की इच्छा रखता है। इसलिए उठाओ हाथों को, उठाएं हाथों को, बोलो उसको। अगर आपकी सिचुएशन खराब है, तो आपको लगता है कि नहीं मेरे जीवन में भी सच में इधर उधर हुआ पड़ा है, तो बोलो परमेश्वर को, परमेश्वर मैं माफी मांगता हूं, मैं कन्फेस करता हूं, मैं अपने शब्दों से बोलता हूं कि मैं वो सारी सिचुएशनों को छोड़ता हूं जो तुझसे दूर करती हैं। और आप उसी पल क्या देखोगे? उसी पल देखोगे
तुम्हारा सब कुछ ठीक हुआ पड़ा मिलेगा तुम्हें। आमीन। उसी पल तुम्हें सही मिलेगा, ठीक हुआ पड़ा मिलेगा। आमीन। इसलिए कहीं भी अगर आपकी सिचुएशनें हिलती हैं तो आपने परमेश्वर की ओर भागना है, उसको ठीक करने की ओर मत भागो, नहीं तो आप जोर लगाते रहोगे, वो होगा नहीं। और जब परमेश्वर की ओर भागोगे तो चाहे सबने जवाब दे दिया, आपके सामने खड़ा है बंदा बिल्कुल सही, ऐसे ही आपके घर में हर गवाही आनी आनी है यीशु के नाम से। आमीन। जीसस। ਸੰਤ ਜੀ ਜਦੋਂ ਇਹਨਾਂ ਨੂੰ ਤੀਸਰੇ ਹਸਪੀਟਲ 'ਚੋਂ ਜਵਾਬ ਮਿਲਿਆ ਸੀ ਨਾ, ਮੈਂ ਖੁਦ ਆਪਣੀ ਵਾਈਫ ਨੂੰ ਇਹ ਡਿਕਲੇਅਰ ਕਰ ਚੁੱਕਾ ਸੀ। ਮੈਂ ਕਿਹਾ ਕਿ 15 ਤੋਂ 20 ਮਿੰਟ ਕਪੂਰਥਲੇ ਤੋਂ ਜਲੰਧਰ ਦੇ ਲਾ ਲਓ, ਇੱਕ ਹਸਪੀਟਲ ਤੋਂ 10 ਮਿੰਟ ਲਾ ਲਓ, 3 ਹਸਪੀਟਲ 45 ਮਿੰਟ ਇਹ ਤੇ 15 ਮਿੰਟ 1 ਘੰਟਾ ਹੋ ਗਿਆ। ਔਰ ਮੈਂ ਕਿਹਾ 2 ਮਿੰਟ ਤੇ 1 ਘੰਟਾ 58 ਮਿੰਟ ਜਿਹੜੇ ਹੈ 500 ਗੁਣਾ ਜ਼ਿਆਦਾ ਟਾਈਮ ਉੱਪਰ ਹੋ ਚੁੱਕਾ ਹੈ।